ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 151 ਤੇ 152 ਤੇ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਅੱਜ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ਼ੁਰੂ ਹੋ ਰਹੀ ਹੈ। ਵਿੱਚ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋ ਪਦੇ। ਚੌਪਦੇ ਜਿਸ ਦੇ ਵਿੱਚ ਬਾਣੀ 'ਚ ਚੌ ਪਦਿਆਂ ਵਾਲੀ ਬਾਣੀ ਆ, ਫਿਰ ਦੋ ਪਦੇ ਜਿਹੜੀ ਦੋ ਪਦਿਆਂ ਵਾਲੀ ਬਾਣੀ ਆ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ। ਸਿਰ ਧਰ ਚੱਲੀਐ ਸਹੀਐ ਪਾਰ ਨਦਰੀ ਕਰਮੀ ਗੁਰ ਵਿਚਾਰ। ਪੈ ਬਿਨ ਕੋਇ ਨ ਲੰਘਸ ਪਾਰ ਪੈ ਪਉ ਰਾਖਿਆ ਪਾਏ ਸਵਾਰ ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਭਉ ਮੁੱਚ ਭਾਰਾ ਵੱਡਾ ਤੋਲ। ਕਹਿੰਦੇ ਜੋ ਵਾਹਿਗੁਰੂ ਜੀ ਦਾ ਡਰ ਹੈ, ਡਰ ਅਦਬ, ਕਹਿੰਦੇ ਉਹ ਬਹੁਤ ਵੱਡਾ ਹੈ, ਬਹੁਤ ਉੱਚਾ ਹੈ ਵਾਹਿਗੁਰੂ ਜੀ ਦਾ ਭੈ ਡਰ ਅਦਬ। ਕਹਿੰਦੇ ਜੋ ਜੀਵ ਵਾਹਿਗੁਰੂ ਜੀ ਦੇ ਉਸ ਡਰ ਅਦਬ ਵਿੱਚ ਰਹਿੰਦਾ, ਕਹਿੰਦੇ ਉਹ ਮਤਲਬ ਗਹਿਰੀ ਸੋਚ ਵਾਲਾ ਹੋ ਜਾਂਦਾ। ਪਰ ਜੋ ਜੀਵ ਆਪਣੀ ਮਨ ਦੀ ਮੱਤ ਦੇ ਚੱਲਦਾ ਹੈ, ਉਹਦੇ ਬੋਲ ਉਹਦੀ ਸੋਚਣੀ ਬਹੁਤ ਹੌਲੀ ਹੁੰਦੀ ਹੈ। ਕਹਿੰਦੇ ਜੋ ਜੀਵ ਵਾਹਿਗੁਰੂ ਜੀ ਦੇ ਡਰ ਅਦਬ ਦੇ ਵਿੱਚ ਚੱਲਦਾ ਤੇ ਉਸ ਭਾਰ ਨੂੰ ਸਹਿੰਦਾ, ਡਰ ਅਦਬ ਦੇ ਨੂੰ, ਫਿਰ ਕਿਸ ਤਰ੍ਹਾਂ ਹੁੰਦਾ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਆ, ਉਹਦੇ ਚੰਗੇ ਕਰਮ ਹੁੰਦੇ ਨੇ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਆ, ਤਾਂ ਫਿਰ ਗੁਰ ਵਿਚਾਰ ਵਿੱਚ ਉਹਦਾ ਮਨ ਟਿਕਦਾ। ਕਹਿੰਦੇ ਉਸ ਡਰ ਅਦਬ ਤੋਂ ਬਿਨਾਂ ਵਾਹਿਗੁਰੂ ਜੀ ਦੇ ਤੋਂ ਕੋਈ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਜੋ ਜੀਵ ਉਸ ਡਰ ਅਦਬ ਵਿੱਚ ਰਹਿੰਦਾ, ਉਹ ਵਾਹਿਗੁਰੂ ਜੀ ਦੇ ਪਿਆਰ ਵਿੱਚ ਰਹਿੰਦਾ, ਤੇ ਫਿਰ ਵਾਹਿਗੁਰੂ ਜੀ ਉਹਦਾ ਜੀਵਨ ਸਵਾਰ ਦਿੰਦੇ ਨੇ। ਭੈ ਤਨ ਅਗਨ ਪੱਖੇ ਭੈ ਨਾਲ ਭੈ ਪਉ ਘੜੀਐ ਸ਼ਬਦ ਵਿਸਵਾਰ। ਕਹਿੰਦੇ ਜਿਸ ਜੀਵ ਨੂੰ ਕਹਿੰਦੇ ਉਹ ਵਾਹਿਗੁਰੂ ਜੀ ਦਾ ਡਰ ਅਦਬ ਹੁੰਦਾ, ਉਹਦੇ ਮਨ ਦੇ ਵਿੱਚ ਵਾਹਿਗੁਰੂ ਜੀ ਨੂੰ ਮਿਲਣ ਦੀ ਤਾਂਘ ਹੁੰਦੀ ਆ। ਤੇ ਕਹਿੰਦੇ ਵੀ ਉਹ ਜਿਹੜਾ ਵਾਹਿਗੁਰੂ ਜੀ ਦਾ ਡਰ ਅਦਬ ਆ, ਉਹਦੇ ਕਾਰਨ ਹੀ ਉਹ ਜੀਵ ਵਾਹਿਗੁਰੂ ਜੀ ਦੇ ਸ਼ਬਦ ਦੇ ਨਾਲ ਸਵਾਰਿਆ ਜਾਂਦਾ। ਭੈ ਬਿਨ ਘਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ। ਕਹਿੰਦੇ ਜਿਸ ਤਰ੍ਹਾਂ ਕਹੀਏ ਕਿ ਕਿਸੇ ਚੀਜ਼ ਨੂੰ ਬਣਾਉਣ ਵਾਲਾ ਜਿਹੜਾ ਸੱਚਾ ਹੁੰਦਾ, ਵੀ ਉਹ ਵੀ ਇੰਨਾ ਚੰਗਾ ਨਹੀਂ ਹੈਗਾ, ਵੀ ਉਹ ਵੀ ਮਾੜਾ। ਤੇ ਜਦੋਂ ਮਤਲਬ ਜਿਸ ਜੁਗਤ ਨਾਲ ਉਹ ਚੀਜ਼ ਬਣਾਈ ਜਾ ਰਹੀ ਹੈ, ਉਹ ਵੀ ਮਾੜੀ ਆ। ਇਸ ਤਰ੍ਹਾਂ ਕਹਿੰਦੇ ਵੀ ਜਿੱਥੇ ਤਾਂ ਵਾਹਿਗੁਰੂ ਜੀ ਦਾ ਡਰ ਅਦਬ ਆ, ਉੱਥੇ ਤਾਂ ਜਿਹੜੀ ਜੀਵ ਦੀ ਘਾੜਤ ਆ ਬਹੁਤ ਚੰਗੀ ਘੜੀ ਜਾਂਦੀ ਆ। ਜਿੱਥੇ ਇਹ ਡਰ ਅਦਬ ਨਹੀਂ ਜੀਵ ਦੇ ਅੰਦਰ ਵਾਹਿਗੁਰੂ ਜੀ ਦਾ, ਉਹ ਫਿਰ ਕਹਿੰਦੇ ਉਹਦੀ ਘਾੜਤ ਬਹੁਤ ਨੀਵੀਂ ਹੁੰਦੀ ਆ। ਬੁੱਧੀ ਬਾਜੀ ਉਪਜੈ ਚਾਓ ਸਹਿਸ ਸਿਆਣਪ ਪਵੇ ਨ ਤਾਓ। ਕਹਿੰਦੇ ਵੀ ਜਿਹੜਾ ਜੀਵ ਆਮ ਜਿਹੜੇ ਜੀਵ ਹੈਗੇ ਨੇ, ਜੋ ਵਾਹਿਗੁਰੂ ਦੇ ਡਰ ਅਦਬ ਵਿੱਚ ਨਹੀਂ ਹੈਗੇ, ਉਹਨਾਂ ਨੂੰ ਸੰਸਾਰਕ ਚੀਜ਼ਾਂ ਦੇ ਨਾਲ ਪਿਆਰ ਹੁੰਦਾ, ਇਹਨਾਂ ਰੰਗ ਤਮਾਸ਼ਿਆਂ ਦੇ ਨਾਲ ਉਹਨਾਂ ਦਾ ਜਿਹੜਾ ਮਨ ਖਿੜਦਾ।
ਫਿਰ ਕਹਿੰਦੇ ਚਾਹੇ ਕੋਈ ਕਿੰਨੀਆਂ ਵੀ ਉਹ ਸਿਆਣਪਾਂ ਕਰ ਲੈਣ, ਆਪਣੇ ਵੱਲੋਂ ਉੱਦਮ ਕਰ ਲੈਣ, ਉਹਨਾਂ ਦਾ ਜਿਹੜਾ ਆਤਮਿਕ ਜੀਵਨ ਆ ਕਹਿੰਦੇ ਵੀ ਉਹ ਵਾਹਿਗੁਰੂ ਜੀ ਦੇ ਡਰ ਅਦਬ ਵਾਲਾ ਨਹੀਂ ਬਣਦਾ। ਫਿਰ ਉਹ ਇੱਕ ਤਰ੍ਹਾਂ ਦੇ ਮਨਮੁਖ ਹੁੰਦੇ ਨੇ। ਫਿਰ ਨਾਨਕ ਜੀ ਕਹਿੰਦੇ ਨੇ, ਨਾਨਕ ਮਨਮੁਖ ਬੋਲਣ ਵਾਓ, ਅੰਧਾ ਅੱਖਰ ਵਾਓ ਦੁਆਓ। ਕਹਿੰਦੇ ਜਿਹੜਾ ਉਹਨਾਂ ਦਾ ਬੋਲਣਾ ਹੁੰਦਾ ਉਹ ਜਿਵੇਂ ਹਵਾ 'ਚ ਗੱਲਾਂ ਕਰਨ ਵਾਂਗ ਹੁੰਦਾ। ਉਹਨਾਂ ਦੇ ਜਿਹੜੇ ਵਿਚਾਰ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਗਹਿਰਾਈ ਨਹੀਂ ਹੁੰਦੀ। ਮਤਲਬ ਉਹ ਇਸ ਤਰ੍ਹਾਂ ਆਮ ਵਿਅਰਥ ਦੀਆਂ ਗੱਲਾਂ ਕਰਦੇ ਨੇ ਜਿਹੜੇ ਮਨਮੁਖ ਨੇ, ਮਨ ਦੇ ਚੱਲਣ ਵਾਲੇ, ਅਤੇ ਵਾਹਿਗੁਰੂ ਜੀ ਦੇ ਡਰ ਅਦਬ ਵਿੱਚ ਉਹਨਾਂ ਦਾ ਜੀਵਨ ਨਹੀਂ ਘੜਿਆ ਹੋਇਆ। ਗੌੜੀ ਮਹੱਲਾ ਪਹਿਲਾ। ਡਰ ਘਰ ਘਰ ਡਰ, ਡਰ ਡਰ ਜਾਏ, ਸੋ ਡਰ ਕੇਹਾ ਜਿਤ ਡਰ ਡਰ ਪਾਏ। ਕਹਿੰਦੇ ਜਿਸ ਜੀਵ ਨੂੰ ਵਾਹਿਗੁਰੂ ਜੀ ਦਾ ਡਰ ਹੋ ਜਾਂਦਾ ਉਸ ਨੂੰ ਕਹਿੰਦੇ ਫਿਰ ਹੋਰ ਕੋਈ ਡਰ ਸਹਿਮ ਨਹੀਂ ਰਹਿੰਦਾ। ਜਿਸ ਨੂੰ ਕਹਿੰਦੇ ਸੰਸਾਰ ਦਾ ਡਰ ਹੁੰਦਾ ਉਹ ਹਮੇਸ਼ਾ ਡਰਾਂ ਦੇ ਵਿੱਚ ਹੀ ਜੀਵਨ ਆਪਣਾ ਬਿਤਾਉਂਦਾ। ਪਰ ਜਿੱਥੇ ਵਾਹਿਗੁਰੂ ਜੀ ਦਾ ਡਰ ਆ ਗਿਆ ਉਸ ਜੀਵ ਦੇ ਸਾਰੇ ਡਰ ਸਹਿਮ ਖਤਮ ਹੋ ਗਏ। ਤੁਧ ਬਿਨ ਦੂਜੀ ਨਾਹੀਂ ਜਾਏ, ਜੋ ਕਿਛ ਵਰਤੈ ਸਭ ਤੇਰੀ ਰਜਾਏ। ਕਹਿੰਦੇ ਪਰਮਾਤਮਾ ਜੀ ਜੀਵਾਂ ਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਜੋ ਕੁਛ ਵੀ ਸੰਸਾਰ ਵਿੱਚ ਹੋ ਰਿਹਾ ਉਹ ਤੁਹਾਡੀ ਰਜ਼ਾ ਦੇ ਵਿੱਚ ਹੀ ਹੋ ਰਿਹਾ। ਡਰੀਐ ਜੇ ਡਰ ਹੋਵੈ ਹੋਰ, ਡਰ ਡਰ ਡਰਨਾ ਮਨ ਕਾ ਸੋਰ ਰਹਾਓ। ਕਹਿੰਦੇ ਵੀ ਜਿਹੜੇ ਜੀਵ ਸੰਸਾਰ ਦੇ ਡਰ ਵਿੱਚ ਹੁੰਦੇ ਨੇ ਉਹ ਹਮੇਸ਼ਾ ਸੰਸਾਰ ਦੇ ਬਹੁਤੇ ਡਰਾਂ ਦੇ ਨਾਲ ਸਹਿਮੇ ਰਹਿੰਦੇ ਨੇ। ਪਰ ਜਿੱਥੇ ਵਾਹਿਗੁਰੂ ਜੀ ਦਾ ਡਰ ਹੁੰਦਾ ਉੱਥੇ ਹੋਰ ਕੋਈ ਡਰ ਰਹਿੰਦਾ ਨਹੀਂ ਗਾ। ਉਹ ਜੀਵ ਨਿਡਰ ਹੋ ਜਾਂਦਾ ਜੋ ਵਾਹਿਗੁਰੂ ਜੀ ਦੇ ਡਰ ਅਦਬ ਵਿੱਚ ਰਹਿੰਦਾ। ਨਾ ਜੀਓ ਮਰੈ ਨਾ ਡੂਬੈ ਤਰੈ, ਜਿਨ ਕਿਛ ਕੀਆ ਸੋ ਕਿਛ ਕਰੈ। ਕਹਿੰਦੇ ਜੋ ਜੀਵ ਆਤਮਾ ਨਾ ਉਹ ਮਰਦਾ ਨਾ ਉਹ ਡੁੱਬਦਾ ਤੇ ਨਾ ਉਹ ਤਰਦਾ। ਕਹਿੰਦੇ ਜਿਹੜਾ ਡੁੱਬਦਾ ਹੀ ਨਹੀਂ ਫਿਰ ਉਹਨੇ ਤਰਨਾ ਕੀ ਹੋਇਆ। ਡੁੱਬਣਾ ਜਿਹੜਾ ਹੈ ਤਾਂ ਉਹਨੇ ਤਰਨਾ ਹੋਇਆ। ਜਿਹੜਾ ਜੀਵ ਆਤਮਾ ਉਹ ਹਮੇਸ਼ਾ ਸਦਾ ਕਾਇਮ ਆ। ਜੋ ਕੁਛ ਵੀ ਕਹਿੰਦੇ ਹੋ ਰਿਹਾ ਉਹ ਪਰਮਾਤਮਾ ਹੀ ਕਰ ਰਿਹਾ। ਹੁਕਮੇ ਆਵੈ ਹੁਕਮੇ ਜਾਏ, ਆਗੇ ਪਾਛੈ ਹੁਕਮ ਸਮਾਏ। ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਜੀਵ ਆਉਂਦੇ ਨੇ, ਹੁਕਮ ਵਿੱਚ ਹੀ ਜੀਵ ਚਲੇ ਜਾਂਦੇ ਨੇ। ਫਿਰ ਲੋਕ ਵਿੱਚ ਵੀ ਹੁਕਮ ਵਿੱਚ ਚੱਲਦਾ ਵਾਹਿਗੁਰੂ ਜੀ ਦਾ, ਪਰਲੋਕ ਵਿੱਚ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਸਾਰੀ ਕਾਰ ਕਰਦੇ ਨੇ। ਹੰਸ ਹੇਤ ਆਸਾ ਅਸਮਾਨ, ਤਿਸ ਵਿੱਚ ਭੂਖ ਬਹੁਤ ਨੈਸਾਨ। ਕਹਿੰਦੇ ਜਿਹੜੇ ਜੀਵ ਨਿਰਦੈਤਾ, ਮੋਹ, ਆਸਾ ਤ੍ਰਿਸ਼ਨਾ, ਹੰਕਾਰ ਵਿੱਚ ਫਸੇ ਹੋਏ ਨੇ, ਕਹਿੰਦੇ ਉਹਨਾਂ ਵਿੱਚ ਇਹ ਸਾਰੀਆਂ ਭੁੱਖਾਂ ਨੇ। ਉਹਨਾਂ ਨੂੰ ਰੱਜ ਨਹੀਂ ਹੈ, ਉਹ ਤ੍ਰਿਪਤ ਨਹੀਂ ਹੋਏ। ਭਉ ਖਾਣਾ ਪੀਣਾ ਆਧਾਰ, ਵਿਣ ਖਾਧੇ ਮਰ ਹੋ ਗਵਾਰ। ਕਹਿੰਦੇ ਜਿਹੜੇ ਜੀਵ ਤਾਂ ਵਾਹਿਗੁਰੂ ਜੀ ਦੇ ਭਉ ਨੂੰ ਆਪਣਾ ਖਾਣਾ ਪੀਣਾ ਆਪਣਾ ਸਹਾਰਾ ਬਣਾਉਂਦੇ ਨੇ ਉਹਨਾਂ ਦਾ ਜੀਵਨ ਸਫਲ ਆ। ਪਰ ਜਿਹੜੇ ਵਾਹਿਗੁਰੂ ਜੀ ਦੇ ਭੈ 'ਚ ਨਹੀਂ ਰਹਿੰਦੇ ਕਹਿੰਦੇ ਉਹ ਆਤਮਕ ਮੌਤ 'ਤੇ ਮਰੇ ਰਹਿੰਦੇ ਨੇ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਕਹਿੰਦੇ ਸੰਸਾਰ ਵਿੱਚ ਕੋਈ ਕਿਸੇ ਦਾ ਸਹਾਇਕ ਨਹੀਂ, ਕੋਈ ਕਿਸੇ ਦਾ ਸਦਾ ਰਹਿਣ ਵਾਲਾ ਸਾਥੀ ਨਹੀਂ। ਸਿਰਫ ਇੱਕ ਪਰਮਾਤਮਾ ਤੂੰ ਆ ਜਿਹੜਾ ਜੀਵ ਦਾ ਹਰ ਇੱਕ ਥਾਈਂ ਸਹਾਰਾ ਹੈ ਤੇ ਸਾਰੇ ਤੇਰੇ ਨੇ। ਜਾ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ।
ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਜਿਹਦੇ ਬਣਾਏ ਸਾਰੇ ਜੀ ਜੰਤ ਨੇ, ਉਹਨਾਂ ਨੂੰ ਦਿੱਤਾ ਸਾਰਾ ਧਨ ਮਾਲ ਜੋ ਪਰਮਾਤਮਾ ਨੇ ਦਿੱਤਾ, ਉਹ ਪਰਮਾਤਮਾ ਉਹਦੀ ਵਿਚਾਰ ਕਰਨੀ ਬਹੁਤ ਬਿਖਮ ਆ। ਉਹਦੇ ਬਾਰੇ ਵਿਚਾਰ ਕਰਨੀ, ਉਹਦੇ ਗੁੱਝੇ ਭੇਤ ਸਮਝ ਸਕਣੇ ਬਹੁਤ ਅਸੰਭਵ ਨੇ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸੱਤ ਭਾਈ ਕਰ ਇਹ ਵਿਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ। ਕਹਿੰਦੇ ਜੋ ਜੀਵ ਫਿਰ ਉਹਦੇ ਡਰ ਅਦਬ ਵਿੱਚ ਰਹਿੰਦੇ ਨੇ, ਉਹਨਾਂ ਦੀ ਕਹਿੰਦੇ ਜਿਹੜੀ ਹੈਗੀ ਆ ਚੰਗੀ ਮੱਤ ਉਹਨਾਂ ਦੀ ਮਾਤਾ ਬਣ ਜਾਂਦੀ ਆ, ਜਿਹੜਾ ਸੰਤੋਖ ਆ ਉਹਨਾਂ ਦਾ ਪਿਤਾ ਬਣ ਜਾਂਦਾ, ਜਿਹੜਾ ਸੱਚ ਦਾ ਆਚਾਰ ਆ ਉਹ ਉਹਨਾਂ ਦਾ ਭਰਾ ਬਣ ਜਾਂਦਾ। ਕਹਿੰਦੇ ਵਾਹਿਗੁਰੂ ਜੀ ਤੇਰੀ ਜਿਹੜੀ ਹੈਗੀ ਆ ਕੁਦਰਤ, ਕਹਿੰਦੇ ਉਹਦੀ ਕੋਈ ਕੀਮਤ ਪਾਈ ਨਹੀਂ ਜਾ ਸਕਦੀ। ਜੇ ਕੁਛ ਕਹਿਣਾ ਕਹਿੰਦੇ ਚਾਹੀਏ ਉਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਤੇਰੀ ਕੁਦਰਤ ਅਸੀਮ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸਰਮ ਸੁਰਤ ਦੋਏ ਸਸੁਰ ਪਏ, ਕਰਨੀ ਕਾਮਣ ਕਰ ਮਨ ਲਏ। ਸਾਹਾ ਸੰਜੋਗ ਵਿਹਾਹਾ ਵਿਜੋਗ, ਸੱਚ ਸੰਤਤ ਕਹੋ ਨਾਨਕ ਜੋਗ। ਕਹਿੰਦੇ ਜੀਵ ਨੇ ਜਿਸ ਨੇ ਆਪਣਾ ਉਦਮ ਤੇ ਆਪਣੀ ਸੁਰਤ ਨੂੰ ਵਾਹਿਗੁਰੂ 'ਚ ਲਾਉਣਾ, ਉਹਦੇ ਦੋਨੋਂ ਸੱਸ ਤੇ ਸਸੁਰ ਇਹ ਸਹੁਰਾ ਸੱਸ ਬਣ ਗਏ। ਤੇ ਉਹਦੀ ਜੀਵ ਦੀ ਇਸਤਰੀ ਆਪਣੀ ਚੰਗੀ ਕਾਰ ਉਹਦੀ ਇਸਤਰੀ ਬਣ ਗਈ, ਸ੍ਰੇਸ਼ਟ ਕਾਰ। ਫਿਰ ਕਹਿੰਦੇ ਜਿਹੜਾ ਹੈਗਾ ਵਿਕਾਰਾਂ ਵੱਲੋਂ ਵਿਜੋਗ, ਇਹ ਉਹਦਾ ਵਿਆਹ ਹੋ ਗਿਆ। ਜੋ ਸਤ ਸੰਗਤ ਦੇ ਵਿੱਚ ਬੈਠਣਾ ਖੜਨਾ, ਇਹ ਜਿਵੇਂ ਵਿਆਹ ਦਾ ਸਾਹਾ ਹੁੰਦਾ, ਇਹ ਸੰਜੋਗ ਬਣ ਗਿਆ। ਫਿਰ ਇਸ ਚੰਗੀ ਕਾਰ ਤੋਂ ਕਹਿੰਦੇ ਜਿਹੜੀ ਉਹਦੇ ਜੀਵ ਦੇ ਜਿਹੜੇ ਸੰਤਾਨ ਪੈਦਾ ਹੁੰਦੀ ਆ, ਉਹ ਫਿਰ ਸੱਚ ਦੀ ਸੰਤਾਨ ਪੈਦਾ ਹੁੰਦੀ ਆ, ਕਿਉਂਕਿ ਉੱਥੋਂ ਹੀ ਸੱਚ ਉਪਜਦਾ, ਚੰਗੀ ਕਰਨੀ ਤੋਂ। ਗੌੜੀ ਮਹੱਲਾ ਪਹਿਲਾ। ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਵਾਂ ਦੁਆਰ, ਬੁੱਝਰੇ ਗਿਆਨੀ ਇਹ ਵਿਚਾਰ। ਕਹਿੰਦੇ ਵਾਹਿਗੁਰੂ ਜੀ ਨੇ ਪੌਣ, ਪਾਣੀ, ਅਗਨੀ, ਧਰਤੀ, ਆਕਾਸ਼, ਇਹ ਕਹਿੰਦੇ ਤੱਤ ਬਣਾਏ ਤੇ ਇਹਦੇ ਨਾਲ ਜੀਵ ਦਾ ਸਰੀਰ ਬਣਿਆ। ਤੇ ਇਹਦੇ ਵਿੱਚ ਫਿਰ ਚੰਚਲ ਬੁੱਧ ਦਾ ਖੇਲ ਸ਼ੁਰੂ ਹੁੰਦਾ। ਜੋ ਮਨ ਹੈ ਉਹ ਚੰਚਲ ਹੈ, ਉਹ ਟਿਕਦਾ ਨਹੀਂ ਹੈ। ਵਾਹਿਗੁਰੂ ਜੀ ਨੇ 9 ਦਰਵਾਜ਼ੇ ਨੇ ਬਣਾਏ ਇਸ ਸਰੀਰ ਦੇ, ਤੇ 10ਵਾਂ ਦੁਆਰ ਹੈ। 9 ਗੋਲਕਾਂ ਜੋ ਖੁੱਲ੍ਹੀਆਂ ਨੇ ਤੇ 10ਵਾਂ ਦੁਆਰ ਜੋ ਬੰਦ ਹੈ, ਉਹ ਵਾਹਿਗੁਰੂ ਜੀ ਦੀ ਰਹਿਮਤ ਨਾਲ ਖੁੱਲ੍ਹਦਾ। ਤੇ ਕਹਿੰਦੇ ਬੁੱਝਰੇ ਗਿਆਨੀ ਇਹ ਵਿਚਾਰ, ਕਹਿੰਦੇ ਜੋ ਕੋਈ ਗਿਆਨੀ ਹੋਊ ਉਹ ਇਹ ਵਿਚਾਰ ਬੁੱਝੇਗਾ ਕਿ ਉਸ 10ਵੇਂ ਦੁਆਰ ਤੱਕ ਕਿਵੇਂ ਪਹੁੰਚਿਆ ਜਾਏ। ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਰਹਾਓ। ਕਹਿੰਦੇ ਜੀਵ ਵਿੱਚ ਸੁਣਨ ਵਾਲਾ ਵੀ ਤੇ ਬੋਲਣ ਵਾਲਾ ਵੀ ਕੌਣ ਆ? ਕਿਹਦੀ ਤਾਕਤ ਆ? ਪਰਮਾਤਮਾ ਦੀ। ਕਹਿੰਦੇ ਜੋ ਜੀਵ ਆਪੇ ਦੀ ਵਿਚਾਰ ਕਰਦਾ ਉਹ ਹੀ ਗਿਆਨੀ ਹੋ ਸਕਦਾ। ਦੇਹੀ ਮਾਟੀ ਬੋਲੇ ਪੌਣ, ਬੁੱਝਰੇ ਗਿਆਨੀ ਮੂਆ ਹੈ ਕੌਣ। ਕਹਿੰਦੇ ਜਿਹੜੀ ਜੀਵ ਦੀ ਇਹ ਮਿੱਟੀ ਦੀ ਬਣੀ ਹੋਈ ਦੇਹ ਆ, ਇਹਦੇ ਵਿੱਚ ਬੋਲ ਕੌਣ ਰਿਹਾ? ਕਿਸ ਦੀ ਤਾਕਤ ਬੋਲ ਰਹੀ ਆ? ਪੌਣ ਦੀ, ਹਵਾ ਦੀ ਤਾਕਤ ਬੋਲ ਰਹੀ ਆ। ਫਿਰ ਕਹਿੰਦੇ ਜਦੋਂ ਇਹ ਹਵਾ ਨਿਕਲ ਜਾਂਦੀ ਆ, ਫਿਰ ਕਹਿੰਦੇ ਗਿਆਨੀ ਬੁੱਝ ਵੀ ਹੁਣ ਕਿਸ ਦੀ ਮੌਤ ਹੋ ਗਈ ਆ ਕਿ ਹੁਣ ਇਹ ਜੀਵ ਬੋਲ ਨਹੀਂ ਰਿਹਾ। ਮੋਈ ਸੁਰਤ ਬਾਦ ਅਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜਦੋਂ ਕੋਈ ਗਿਆਨੀ ਬਣ ਜਾਂਦਾ ਫਿਰ ਉਹਦੇ ਅੰਦਰ ਕਿਸ ਚੀਜ਼ ਦੀ ਮੌਤ ਹੁੰਦੀ ਆ? ਉਹਦੀ ਜਿਹੜੀ ਮਾੜੀ ਮਤਲਬ ਉਹਦੀ
ਸੋਚਣੀ ਆ ਤੇ ਉਹਦਾ ਬਾਦ ਅਹੰਕਾਰ ਆ ਉਹ ਖਤਮ ਹੁੰਦਾ, ਪਰ ਜੋ ਜੀਵ ਆਤਮਾ ਅੰਦਰ ਉਹ ਨਹੀਂ ਖਤਮ ਹੁੰਦਾ, ਉਹ ਹਮੇਸ਼ਾ ਜਿੰਦਾ ਰਹਿੰਦਾ। ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘਟ ਹੀ ਮਾਹੀ। ਪੜ ਪੜ ਪੰਡਤ ਬਾਦ ਵਖਾਣੈ, ਭੀਤਰ ਹੋਦੀ ਵਸਤ ਨ ਜਾਣੈ। ਫਿਰ ਪੰਡਤ ਪ੍ਰਥਾਈ ਕਹਿੰਦੇ ਨੇ ਕਿ ਪੰਡਤ ਲੋਕ ਧਾਰਮਿਕ ਪੁਸਤਕਾਂ ਪੜ੍ਹ ਕੇ ਵੇਦਾਂ ਦੀ ਵਿਚਾਰ ਕਰਕੇ ਕਹਿੰਦੇ ਵਾਦਾਂ ਵਿੱਚ ਪੈਂਦੇ ਨੇ, ਬਹਿਸਾਂ ਵਿੱਚ ਪੈਂਦੇ ਨੇ, ਅਤੇ ਜਿਹੜੀ ਅੰਦਰ ਵਸਤ ਹੈਗੀ ਆ, ਅਸਲੀਅਤ ਹੈ ਜੋ ਅੰਦਰ ਸਾਡੇ ਵਾਹਿਗੁਰੂ ਜੀ ਦਾ ਨਾਮ ਰਤਨ ਆ, ਉਹਦੇ ਬਾਰੇ ਉਹਨਾਂ ਨੂੰ ਨਹੀਂ ਪਤਾ। ਕਹਿੰਦੇ ਵੀ ਜਿਸ ਨਾਮ ਰਤਨ ਨੂੰ ਲੱਭਣ ਲਈ ਤੁਸੀਂ ਤੀਰਥਾਂ 'ਤੇ ਜਾ ਰਹੇ ਹੋ, ਉਹ ਨਾਮ ਰਤਨ ਤੁਹਾਡੇ ਅੰਦਰ ਹੀ ਹੈ, ਤੁਹਾਡੇ ਸਰੀਰ ਦੇ ਅੰਦਰ ਹੀ ਹੈ, ਉਹਨੂੰ ਬਾਹਰੋਂ ਲੱਭਣ ਦੀ ਲੋੜ ਨਹੀਂ। ਹਉ ਨਾ ਮੂਆ ਮੇਰੀ ਮੋਈ ਬੁਲਾਏ, ਉਹ ਨਾ ਮੂਆ ਜੋ ਰਿਹਾ ਸਮਾਏ। ਜਦੋਂ ਕਹਿੰਦੇ ਜੀਵ ਦੇ ਅੰਦਰ ਚੰਗੀ ਮੱਤ ਹੁੰਦੀ ਆ, ਫਿਰ ਕਿਸ ਚੀਜ਼ ਦੀ ਅੰਦਰੋਂ ਮੌਤ ਹੁੰਦੀ ਆ? ਉਹਦਾ ਹੰਕਾਰ ਮਰ ਜਾਂਦਾ, ਉਹਦੀ ਮਾੜੀ ਸੋਚਣੀ ਮਰ ਜਾਂਦੀ ਆ। ਪਰ ਉਹ ਜੀਵ ਆਤਮਾ ਜੋ ਹਰ ਇੱਕ ਜਗ੍ਹਾ 'ਤੇ ਸਮਾਇਆ, ਉਹਦੀ ਮੌਤ ਨਹੀਂ ਹੁੰਦੀ। ਕਹੁ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨ ਆਇਆ। ਜਦੋਂ ਕਹਿੰਦੇ ਗੁਰੂ ਨੇ ਵਾਹਿਗੁਰੂ ਜੀ ਦਾ ਦੀਦਾਰ ਕਰਾ ਦਿੱਤਾ, ਫਿਰ ਪਤਾ ਲੱਗਿਆ ਜੀਵ ਨੂੰ ਕੁਝ ਜਿਹੜਾ ਜੀਵ ਆਤਮਾ ਉਹਦੀ ਮੌਤ ਨਹੀਂ ਹੁੰਦੀ, ਉਹ ਹਮੇਸ਼ਾ ਵਾਹਿਗੁਰੂ ਜੀ ਦੀ ਅੰਸ਼ ਹੈ, ਉਹ ਹਮੇਸ਼ਾ ਅਮਰ ਹੈ ਜੀਵ ਆਤਮਾ। ਗੌੜੀ ਮਹੱਲਾ ਪਹਿਲਾ ਦੱਖਣੀ। ਸੁਣ ਸੁਣ ਬੂਝੈ ਮਾਨੈ ਨਾਉ, ਤਾਕੈ ਸਦ ਬਲਿਹਾਰੇ ਜਾਓ। ਕਹਿੰਦੇ ਜੋ ਜੀਵ ਪਰਮਾਤਮਾ ਦਾ ਨਾਂ ਸੁਣਦੇ ਨੇ, ਸੁਣ ਕੇ ਕਹਿੰਦੇ ਉਹਦੇ ਨਾਲ ਜਾਣ ਪਛਾਣ ਪਾਉਂਦੇ ਨੇ, ਵਾਹਿਗੁਰੂ ਜੀ ਦੇ ਨਾਂ ਨੂੰ ਮੰਨਦੇ ਨੇ, ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰੇ ਜਾਵਾਂ। ਆਪ ਭੁਲਾਏ ਠੌਰ ਨ ਠਾਓ, ਤੂੰ ਸਮਝਾਵੈ ਮੇਲ ਮਿਲਾਓ। ਕਹਿੰਦੇ ਜਿਸ ਤਰ੍ਹਾਂ ਵਾਹਿਗੁਰੂ ਜੀ ਕਿਸੇ ਨੂੰ, ਜੀਵ ਨੂੰ ਕਹਿੰਦੇ ਦੂਸਰੇ ਰਸਤੇ 'ਤੇ ਪਾਉਂਦੇ ਨੇ ਅਸਲੀਅਤ ਤੋਂ, ਉਸ ਲਈ ਹੋਰ ਕੋਈ ਸਹਾਰਾ ਨਹੀਂ ਹੈ ਵਾਹਿਗੁਰੂ ਜੀ ਤੋਂ ਬਿਨਾਂ। ਅਤੇ ਜਿਸ ਨੂੰ ਵਾਹਿਗੁਰੂ ਜੀ ਆਪਣੇ ਦੇ ਨਾਲ ਚੰਗੀ ਬੁੱਧੀ ਦੇ ਕੇ ਜੀਵਨ ਦੀ ਅਸਲੀਅਤ ਦੱਸਦੇ ਨੇ ਅਤੇ ਜੀਵ ਫਿਰ ਨਾਮ ਦੀ ਕਮਾਈ ਕਰਦੇ ਨੇ, ਉਹਨਾਂ ਦਾ ਫਿਰ ਜੀਵ ਦਾ ਵਾਹਿਗੁਰੂ ਜੀ ਨਾਲ ਮੇਲ ਹੋ ਜਾਂਦਾ। ਨਾਮ ਮਿਲੈ ਚੱਲੇ ਮੈਂ ਨਾਲ, ਬਿਨ ਨਾਵੇ ਬਾਦੀ ਸਭ ਕਾਲ ਰਹਾਓ। ਕਹਿੰਦੇ ਜਦੋਂ ਵਾਹਿਗੁਰੂ ਜੀ ਦਾ ਨਾਮ ਮਿਲਦਾ ਜੀਵ ਨੂੰ, ਉਹ ਨਾਮ ਹੀ ਸਦਾ ਦਾ ਸਾਥੀ ਆ ਜੋ ਜੀਵ ਦੇ ਨਾਲ ਰਹਿੰਦਾ। ਬਿਨਾਂ ਨਾਮ ਤੋਂ ਸਾਰਾ ਸੰਸਾਰ ਆਤਮਿਕ ਮੌਤੇ ਮਰਿਆ। ਖੇਤੀ ਵਣਜ ਨਾਵੇ ਕੀ ਓਟ, ਪਾਪ ਪੁੰਨ ਬੀਜ ਕੀ ਪੋਟ। ਜਿਸ ਤਰ੍ਹਾਂ ਕਹਿੰਦੇ ਜੀਵ ਸਰੀਰਕ ਜਿਹੜੀ ਹੈਗੀ ਆਪਣੇ ਸਰੀਰ ਨੂੰ ਰੱਖਣ ਦੇ ਲਈ ਖੇਤੀ ਵਣਜ ਕਰਦੇ ਨੇ, ਜਿਵੇਂ ਆਪਣੇ ਸਰੀਰ ਨੂੰ ਚੱਲਦਾ ਰੱਖਣ ਦੇ ਲਈ ਕਿਰਤ ਕਮਾਈ ਕਰਦੇ ਨੇ, ਆਪਣੇ ਆਹਾਰ ਲਈ ਕਹਿੰਦੇ ਦੌੜ ਭੱਜ ਕਰਦੇ ਨੇ। ਇਸ ਤਰ੍ਹਾਂ ਜਿਹੜਾ ਸਾਡਾ ਮਨ ਆ ਉਹਨੂੰ ਕੀ ਆ? ਨਾਵੇ ਕੀ ਓਟ, ਉਹਨੂੰ ਨਾਮ ਦਾ ਸਹਾਰਾ ਹੈ। ਜੋ ਅਸੀਂ ਪਾਪ ਪੁੰਨ ਕਰਦੇ ਹਾਂ, ਉਹ ਸਾਡੇ ਜੋ ਬੀਜ ਹੋ ਰਿਹਾ, ਉਹਦੀ ਕਹਿੰਦੇ ਪੋਟਲੀ ਬਣਦੀ ਆ। ਕਾਮ ਕ੍ਰੋਧ ਜੀ ਮਹਿ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਜੋ ਕਹਿੰਦੇ ਨਾਮ ਵਿਸਾਰਦੇ ਨੇ ਵਾਹਿਗੁਰੂ ਦਾ, ਉਹਨਾਂ ਦੇ ਅੰਦਰ ਕਾਮ ਕ੍ਰੋਧ ਇਹਨਾਂ ਦੀਆਂ ਚੋਟਾਂ ਨੇ, ਅਤੇ ਉਹਨਾਂ ਦੇ ਜੋ ਨਾਮ ਨੂੰ ਵਿਸਾਰਦੇ ਨੇ ਉਹਨਾਂ ਦੇ ਮਨ ਵਿੱਚ ਖੋਟ ਹੁੰਦੀ ਆ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ।
ਜੋ ਕਹਿੰਦੇ ਸੱਚੇ ਗੁਰੂ ਦੀ ਸਿੱਖਿਆ 'ਤੇ ਚੱਲਦੇ ਨੇ ਉਹਨਾਂ ਦਾ ਤਨ ਵੀ ਅਤੇ ਮਨ ਵੀ ਸੀਤਲ ਹੋ ਜਾਂਦਾ। ਉਹ ਸੱਚੇ ਦੀ ਪਰਖ 'ਤੇ ਉਤਰਦੇ ਨੇ। ਜਲ ਪੁਰਾਇਨ ਰਸ ਕਮਲ ਪਰੀਖ, ਸ਼ਬਦ ਰਤੇ ਮੀਟੇ ਰਸ ਈਖ। ਕਹਿੰਦੇ ਜਿਸ ਤਰ੍ਹਾਂ ਜਲ ਦੇ ਵਿੱਚ ਜਲ ਦੀ ਚੌਪੱਤੀ ਹੁੰਦੀ ਆ ਅਤੇ ਕਮਲ ਦਾ ਫੁੱਲ ਹੁੰਦਾ, ਕਹਿੰਦੇ ਉਹ ਕਿਸ ਤਰ੍ਹਾਂ ਨਿਰਲੇਪ ਰਹਿੰਦੇ ਨੇ, ਪਾਣੀ ਤੋਂ ਆਪਣੇ ਆਪ ਨੂੰ ਉੱਪਰ ਰੱਖਦੇ ਨੇ। ਅਤੇ ਜਿਹੜੇ ਇਸ ਤਰ੍ਹਾਂ ਕਹਿੰਦੇ ਵੀ ਸ਼ਬਦ ਦੇ ਵਿੱਚ ਗੁਰੂ ਦੇ ਵਿੱਚ ਰੱਤੇ ਹੁੰਦੇ ਨੇ, ਉਹ ਕਹਿੰਦੇ ਜਿਵੇਂ ਗੰਨਾ ਮਿੱਠਾ, ਇਸ ਤਰ੍ਹਾਂ ਉਹਨਾਂ ਦੇ ਵਿੱਚ ਮਿਠਾਸ ਭਰੀ ਹੁੰਦੀ ਹੈ, ਨਿਮਰਤਾ ਭਰੀ ਹੁੰਦੀ ਹੈ, ਗੁਣਾਂ ਦੀ ਮਿਠਾਸ ਭਰੀ ਹੁੰਦੀ ਆ। ਹੁਕਮਨ ਸੰਜੋਗੀ ਗੜ 10 ਦੁਆਰ, ਪੰਚ ਵਸੈ ਮਿਲ ਜੋਤ ਅਪਾਰ। ਆਪ ਤੁਲੈ ਆਪੇ ਵਣਜਾਰ, ਨਾਨਕ ਨਾਮ ਸਵਾਰਨਹਾਰ। ਕਹਿੰਦੇ ਵਾਹਿਗੁਰੂ ਜੀ ਨੇ ਸੰਜੋਗ ਦੇ ਨਾਲ ਆਪਣੇ ਹੁਕਮ ਦੇ ਵਿੱਚ ਕਹਿੰਦੇ ਇਹ 10 ਦੁਆਰਾਂ ਵਾਲਾ ਕਹਿੰਦੇ ਕਿਲਾ ਸਰੀਰ ਸਾਡਾ ਬਣਾਇਆ। ਇਹਦੇ ਵਿੱਚ ਹੀ ਕਹਿੰਦੇ ਜਿਹੜੇ 5 ਵਿਕਾਰ ਨੇ ਉਹ ਵੀ ਇੱਥੇ ਹੀ ਵਸਦੇ ਨੇ, ਅਤੇ ਵਿੱਚ ਹੀ ਵਾਹਿਗੁਰੂ ਜੀ ਦੀ ਜਿਹੜੀ ਜੋਤ ਆ ਉਹ ਵੀ ਵਸਦੀ ਆ। ਅਤੇ ਇੱਥੇ ਵਾਹਿਗੁਰੂ ਜੀ ਕਹਿੰਦੇ ਆਪ ਹੀ ਤੋਲਣ ਵਾਲਾ ਅਤੇ ਆਪੇ ਹੀ ਵਣਜਾਰਾ ਹੈ। ਸਰੀਰ ਦੇ ਅੰਦਰ ਵਾਹਿਗੁਰੂ ਜੀ ਆਪ ਹੀ ਤੋਲਣਹਾਰਾ ਅਤੇ ਆਪੇ ਹੀ ਵਣਜ ਕਰਨ ਵਾਲਾ। ਨਾਮ ਦਾ ਵਪਾਰ, ਨਾਨਕ ਨਾਮ ਸਵਾਰਨਹਾਰ। ਕਹਿੰਦੇ ਵਾਹਿਗੁਰੂ ਜੀ ਹੀ ਜੀਵ ਨੂੰ ਆਪਣਾ ਨਾਮ ਦੇ ਕੇ ਉਹਨਾਂ ਦੇ ਆਤਮਿਕ ਜੀਵਨ ਨੂੰ ਸਵਾਰ ਦਿੰਦੇ ਨੇ। ਅਤੇ ਵਾਹਿਗੁਰੂ ਜੀ ਅੱਗੇ ਆਪਣੀ ਅਰਦਾਸ ਇਹੀ ਆ ਕਿ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਆਪਣੇ ਨਾਮ ਦੀ ਦਾਤ ਦਿਓ ਜੀ, ਅਤੇ ਸਾਡੇ ਵੀ ਜੀਵਨ ਸਵਾਰੇ ਜਾਣ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਮੇਰੀਆਂ ਬਖਸ਼ ਦੇਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਆਪਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ। ਅੱਗੇ ਤੋਂ ਸਮੱਤ ਬਖਸ਼ਿਓ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।